ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ। ਤਾਂ ਸ਼ੁਰੂ ਕਰਦੇ ਹਾਂ ਜੀ। ਵੀਰੇ, ਇਹ ਕੀ ਹੋ ਗਿਆ? ਮਾਂ ਆਪਾਂ ਨੂੰ ਇਸ ਤਰ੍ਹਾਂ ਕਿਵੇਂ ਛੱਡ ਗਈ ਅਤੇ ਤੁਸੀਂ ਮੇਰੀ ਉਡੀਕ ਵੀ ਨਹੀਂ ਕੀਤੀ। ਮੰਮੀ ਦੀ ਅਰਥੀ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਏ। ਬੇਟੀ ਸ਼ਮਸ਼ਾਨ ਘਾਟ ਵਿੱਚ ਪਹੁੰਚ ਕੇ ਰੋਂਦੇ ਹੋਏ ਆਪਣੇ ਭਰਾ ਨੂੰ ਸਵਾਲ 'ਤੇ ਸਵਾਲ ਕਰ ਰਹੀ ਸੀ। ਭਰਾ ਰਜਿੰਦਰ ਕਹਿੰਦਾ, ਸਾਨੂੰ ਮੰਮੀ ਦੀ ਅਰਥੀ ਲੈ ਕੇ ਆਉਣਾ ਪਿਆ। ਤੈਨੂੰ ਆਉਣ ਵਿੱਚ ਬਹੁਤ ਦੇਰ ਹੋ ਰਹੀ ਸੀ। ਤਾਂ ਉਸਦੀ ਭੈਣ ਅਮਰਜੀਤ ਕਹਿੰਦੀ, ਉਹ ਕੀ ਹੈ ਨਾ ਵੀਰੇ, ਰਸਤੇ ਵਿੱਚ ਗੱਡੀ ਖਰਾਬ ਹੋ ਗਈ ਸੀ, ਇਸ ਲਈ ਪਹੁੰਚਣ ਵਿੱਚ ਦੇਰ ਹੋ ਗਈ। ਅਮਰਜੀਤ ਆਪਣੀ ਮਾਂ ਨੂੰ ਬਾਹਾਂ ਵਿੱਚ ਲੈ ਕੇ ਰੋ ਰਹੀ ਸੀ। ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਕਿ ਇੰਨੀ ਜਲਦੀ ਉਸਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਅਤੇ ਉਸਦਾ ਇਸ ਦੁਨੀਆ ਵਿੱਚ ਹੁਣ ਕੋਈ ਨਹੀਂ ਰਿਹਾ। ਕਦੇ ਮਾਂ ਦੇ ਹੱਥਾਂ ਨੂੰ ਚੁੰਮਦੀ ਅਤੇ ਕਦੀ ਆਪਣੀ ਮਾਂ ਦੇ ਮੂੰਹ ਨੂੰ ਚੁੰਮਦੀ ਅਤੇ ਕਦੇ ਉਸਦੇ ਮੂੰਹ 'ਤੇ ਹੱਥ ਫੇਰਦੀ। ਇਸ ਤਰ੍ਹਾਂ ਹੱਥ ਫੇਰਦੇ ਹੋਏ ਮਾਂ ਦੇ ਮੱਥੇ ਦੀ ਪੱਟੀ ਇੱਕ ਪਾਸੇ ਹੋ ਗਈ। ਉਸ ਨੂੰ ਦੇਖ ਕੇ ਉਹ ਹੈਰਾਨ ਹੋ ਗਈ, ਕਿਉਂਕਿ ਪੱਟੀ ਹਟਣ 'ਤੇ ਜੋ ਦੇਖਿਆ ਉਸ ਨੂੰ ਦੇਖ ਕੇ ਤਾਂ ਉਸਦੇ ਹੋਸ਼ ਉੱਡ ਗਏ ਅਤੇ ਫਿਰ ਉਹ ਪੂਰੇ ਸਰੀਰ ਨੂੰ ਧਿਆਨ ਨਾਲ ਦੇਖਣ ਲੱਗੀ। ਉਸ ਨੂੰ ਆਪਣੀ ਮਾਂ ਦੇ ਦੁਪੱਟੇ ਨਾਲ ਬੰਨੀ ਇੱਕ ਚਿੱਠੀ ਮਿਲੀ। ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਉਸ ਦੀ ਮਾਂ ਅਜੇ ਕੁਝ ਦਿਨ ਪਹਿਲਾਂ ਹੀ ਆਪਣੇ ਬੇਟੇ ਅਤੇ ਬਹੂ ਦੇ ਘਰ ਰਹਿਣ ਸ਼ਹਿਰ ਆਈ ਹੋਈ ਸੀ, ਕਿਉਂਕਿ ਉਹਨਾਂ ਦਾ ਬੇਟਾ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਅਤੇ ਉਹ ਆਪਣੀ ਬੀਵੀ ਬੱਚਿਆਂ ਦੇ ਨਾਲ ਸ਼ਹਿਰ ਵਿੱਚ ਰਹਿ ਰਿਹਾ ਸੀ। ਜਦੋਂ ਤੱਕ ਸੁਖਵੰਤ ਕੌਰ ਦੇ ਪਤੀ ਜਿੰਦਾ ਸੀ, ਉਦੋਂ ਤੱਕ ਉਹ ਉਹਨਾਂ ਦੇ ਨਾਲ ਪਿੰਡ ਵਿੱਚ ਹੀ ਰਹਿ ਰਹੀ ਸੀ। ਵੱਡੇ ਬੇਟੇ ਦੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਉਸ ਨੂੰ ਨੌਕਰੀ ਮਿਲ ਗਈ ਅਤੇ ਉਸਦੇ ਪਾਪਾ ਨੇ ਵੀ ਉਸ ਦਾ ਵਿਆਹ ਉਸਦੀ ਪਸੰਦ ਦੀ ਕੁੜੀ ਦੇ ਨਾਲ ਕਰ ਦਿੱਤਾ। ਹਾਲਾਂਕਿ ਉਹ ਆਪਣੀ ਪਸੰਦ ਦੀ ਕੁੜੀ ਨਾਲ ਪੁੱਤ ਦਾ ਵਿਆਹ ਕਰਨਾ ਚਾਹੁੰਦਾ ਸੀ, ਪਰ ਉਹਨਾਂ ਨੂੰ ਆਪਣੇ ਪੁੱਤ ਦੀ ਪਸੰਦ ਅੱਗੇ ਝੁਕਣਾ ਪਿਆ ਅਤੇ ਉਸਦੀ ਪਸੰਦ ਦੀ ਕੁੜੀ ਨਾਲ ਉਹਨਾਂ ਨੇ ਉਸਦਾ ਵਿਆਹ ਧੂਮ-ਧਾਮ ਨਾਲ ਕਰ ਦਿੱਤਾ। ਬੇਟਾ ਆਪਣੀ ਪਤਨੀ ਨੂੰ ਲੈ ਕੇ ਸ਼ਹਿਰ ਵਿੱਚ ਹਮੇਸ਼ਾ ਲਈ ਜਾ ਵਸਿਆ ਅਤੇ ਆਪਣੀ ਹੀ ਦੁਨੀਆ ਵਿੱਚ ਗਵਾਚ ਗਿਆ। ਬੇਟੇ ਦੇ ਵਿਆਹ ਦੇ ਕੁਝ ਸਾਲ ਬਾਅਦ ਬਲਵੰਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਬਿਮਾਰੀਆਂ ਨੇ ਉਸਦੇ ਸਰੀਰ 'ਤੇ ਕਬਜ਼ਾ ਕਰ ਲਿਆ। ਉਹ ਹੁਣ ਬਿਮਾਰ ਰਹਿਣ ਲੱਗੇ। ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ 3 ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ ਹੈ। ਤਾਂ ਉਹਨਾਂ ਨੂੰ ਆਪਣੀ ਧੀ ਦੇ ਵਿਆਹ ਦੀ ਚਿੰਤਾ ਹੋਣ ਲੱਗੀ। ਅਮਰਜੀਤ ਵਿਆਹ ਦੇ ਲਈ ਬਿਲਕੁਲ ਤਿਆਰ ਨਹੀਂ ਸੀ, ਕਿਉਂਕਿ ਉਹ ਸ਼ਹਿਰ ਜਾ ਕੇ ਪੜ੍ਹਨਾ ਚਾਹੁੰਦੀ ਸੀ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦੀ ਸੀ। ਬਲਵੰਤ ਸਿੰਘ ਨੇ ਆਪਣੀ ਬੇਟੀ ਨੂੰ ਆਪਣੀ ਕਸਮ ਦੇ ਦਿੱਤੀ ਕਿ ਬੇਟਾ, ਮੇਰੀ ਗੱਲ ਮੰਨ ਅਤੇ ਤੂੰ ਵਿਆਹ ਕਰ ਲੈ। ਫਿਰ ਜਾ ਕੇ ਅਮਰਜੀਤ ਨੇ ਵਿਆਹ ਲਈ ਹਾਂ ਕਿਹਾ ਸੀ। ਬਲਵੰਤ ਸਿੰਘ ਨੇ ਸ਼ਹਿਰ ਦੇ ਕਿਸੇ ਬਿਜ਼ਨਸਮੈਨ ਨਾਲ ਉਸ ਦਾ ਵਿਆਹ ਕਰ ਦਿੱਤਾ। ਹੁਣ ਘਰ ਵਿੱਚ ਦੋਨੇ ਪਤੀ ਪਤਨੀ ਹੀ ਰਹਿ ਗਏ ਸੀ। ਸੁਖਵੰਤ ਕੌਰ ਦਾ ਜ਼ਿਆਦਾਤਰ ਸਮਾਂ ਬਲਵੰਤ ਸਿੰਘ ਦੀ ਸੇਵਾ ਵਿੱਚ ਹੀ ਬੀਤ ਜਾਂਦਾ। ਸਮਾਂ ਬੀਤਦਾ ਗਿਆ। ਬਲਵੰਤ ਸਿੰਘ ਦੀ ਤਬੀਅਤ ਜ਼ਿਆਦਾ ਵਿਗੜਨ ਲੱਗੀ। ਬਿਮਾਰੀ ਤਾਂ ਕਿਸੇ ਘੁਣ ਦੀ ਤਰ੍ਹਾਂ ਉਸਦੇ ਸਰੀਰ ਨੂੰ ਖੋਖਲਾ ਬਣਾ ਰਹੀ ਸੀ। ਉਹ ਬਹੁਤ ਦਿਨਾਂ ਤੱਕ ਬਲਵੰਤ ਸਿੰਘ ਇਸ ਤਰ੍ਹਾਂ ਹੀ ਬਿਮਾਰ ਰਹੇ। ਉਹਨਾਂ ਨੂੰ ਵਧੀਆ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ, ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਉਹਨਾਂ ਦਾ ਸਰੀਰ ਬਿਲਕੁਲ ਖਤਮ ਹੋ ਗਿਆ ਸੀ। ਅੰਤ ਵਿੱਚ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਪਤੀ ਦੀ ਮੌਤ ਦੇ ਬਾਅਦ ਸੁਖਵੰਤ ਕੌਰ ਦੀ ਜ਼ਿੰਦਗੀ ਵਿੱਚ ਜਿਵੇਂ ਤੂਫਾਨ ਆ ਗਿਆ। ਪਿੰਡ ਵਿੱਚ ਇਕੱਲੀ ਰਹਿ ਗਈ ਸੀ ਅਤੇ ਉਸ ਨੂੰ ਘਰ ਖਾਣ ਨੂੰ ਆਉਂਦਾ ਸੀ। ਖਾਣਾ ਵੀ ਉਹ ਠੀਕ ਨਾਲ ਨਹੀਂ ਖਾਂਦੀ ਪੀਂਦੀ ਸੀ। ਇਸ ਤਰ੍ਹਾਂ ਹੀ ਬਸ ਗੁੰਮ-ਸੁੰਮ ਪਈ ਰਹਿੰਦੀ। ਹੌਲੀ-ਹੌਲੀ ਉਸ ਦੀ ਤਬੀਅਤ ਵੀ ਖਰਾਬ ਰਹਿਣ ਲੱਗੀ। ਗਲੀ ਗਵਾਂਢ ਅਤੇ ਸ਼ਰੀਕੇ ਦੇ ਡਰ ਕਰਕੇ ਬੇਟਾ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ, ਕਿਉਂਕਿ ਕੁੜੀ ਵੀ ਵਿਆਹੀ ਹੋਈ ਸੀ। ਇਸ ਲਈ ਸ਼ਹਿਰ ਵਿੱਚ ਰਹਿਣ ਦੇ ਇਲਾਵਾ ਉਸ ਦੇ ਕੋਲ ਕੋਈ ਹੋਰ ਰਸਤਾ ਨਹੀਂ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹ ਆਪਣੇ ਬੇਟੇ ਦੇ ਕੋਲ ਸ਼ਹਿਰ ਵਿੱਚ ਆਈ ਸੀ ਅਤੇ ਉੱਥੇ ਰਹਿਣ ਲੱਗੀ ਸੀ। ਹਾਲਾਂਕਿ ਸੁਖਵੰਤ ਕੌਰ ਦੇ ਦੋਨੇ ਪੋਤੇ ਵੱਡੇ ਹੋ ਗਏ ਸੀ। ਬੱਚੇ ਬਹੁਤ ਸਮਝਦਾਰ ਸੀ, ਪਰ ਉਹਨਾਂ ਵਿੱਚ ਸੰਸਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਕਿ ਸੰਸਕਾਰ ਕੀ ਚੀਜ਼ ਹੁੰਦੀ ਆ। ਜਿਵੇਂ ਮਾਂ ਉਵੇਂ ਹੀ ਬੱਚੇ।
ਬਸ ਆਪਣੀ ਹੀ ਦੁਨੀਆ ਵਿੱਚ ਮਸਤ ਮੌਲੇ। ਕਦੇ ਦਾਦੀ ਨਾਲ ਪਿਆਰ ਨਾਲ ਗੱਲ ਨਹੀਂ ਕੀਤੀ ਸੀ ਕਿ ਦਾਦੀ ਤੂੰ ਕਿਵੇਂ ਹੈ, ਕੀ ਕਰ ਰਹੀ ਹੈ। ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜਦੋਂ ਬੱਚੇ ਛੋਟੇ ਸੀ, ਪਿੰਡ ਜਾਂਦੇ ਸੀ ਤਾਂ ਦਾਦੀ ਦਾਦੀ ਕਹਿ ਕੇ ਉਸ ਨੂੰ ਚਿੰਬੜ ਜਾਂਦੇ ਸੀ, ਪਰ ਉਹੀ ਬੱਚੇ ਵੱਡੇ ਹੋ ਕੇ ਤਾਂ ਜਿਵੇਂ ਦਾਦੀ ਨੂੰ ਦੇਖ ਕੇ ਵੀ ਅਣਦੇਖਾ ਕਰ ਦਿੰਦੇ ਸੀ। ਛੋਟਾ ਪੋਤਾ ਕਦੇ-ਕਦੇ ਦਾਦੀ ਨੂੰ ਦੇਖ ਕੇ ਹੱਸ ਪੈਂਦਾ ਤੇ ਗੱਲ ਕਰ ਲੈਂਦਾ। ਬੇਟੇ ਤੇ ਬਹੂ ਨੂੰ ਤਾਂ ਓਨੀ ਵੀ ਫੁਰਸਤ ਨਹੀਂ ਸੀ। ਕਹਿਣ ਨੂੰ ਤਾਂ ਬਹੂ ਹਾਊਸਵਾਈਫ ਸੀ, ਪਰ ਫਿਰ ਵੀ ਉਹ ਹਰ ਵਕਤ ਕਿੱਟੀ ਪਾਰਟੀ ਤਾਂ ਕਦੇ ਸਹੇਲੀਆਂ ਨਾਲ ਫੋਨ 'ਤੇ ਗੱਲਾਂ ਕਰਦੀ ਰਹਿੰਦੀ। ਜਦੋਂ ਟਾਈਮ ਮਿਲਦਾ ਤਾਂ ਘਰ ਦਾ ਕੰਮ ਕਰ ਲੈਂਦੀ ਤੇ ਜਦੋਂ ਵੀ ਉਸ ਦਾ ਘਰ ਵਾਲਾ ਰਜਿੰਦਰ ਆਫਿਸ ਦੇ ਸਿਲਸਿਲੇ ਵਿੱਚ ਬਾਹਰ ਜਾਂਦਾ ਤਾਂ ਪਿੱਛੋਂ ਆਪਣੀ ਮਾਂ ਨੂੰ ਘਰੇ ਬੁਲਾ ਲੈਂਦੀ, ਕਿਉਂਕਿ ਉਸ ਦੇ ਪੇਕੇ ਉਸੇ ਸ਼ਹਿਰ ਵਿੱਚ ਹੀ ਸੀ। ਦੋਨੇ ਮਾਵਾਂ ਧੀਆਂ ਸਾਰਾ ਦਿਨ ਹੱਸਦੀਆਂ ਗੱਲਾਂ ਕਰਦੀਆਂ ਰਹਿੰਦੀਆਂ। ਸੁਖਵੰਤ ਕੌਰ ਤਾਂ ਜਿਵੇਂ ਪਿੰਡ ਵਿੱਚ ਹੀ ਇਕੱਲੀ ਸੀ, ਸ਼ਹਿਰ ਵਿੱਚ ਵੀ ਪੁੱਤ ਨੂੰਹ ਦੇ ਰਹਿਣ ਦੇ ਬਾਵਜੂਦ ਵੀ ਉਹ ਉੱਥੇ ਵੀ ਇਕੱਲੀ ਹੀ ਰਹਿ ਰਹੀ ਸੀ। ਸੁਖਵੰਤ ਕੌਰ ਦੇ ਆਉਣ 'ਤੇ ਨੂੰਹ ਦੀਆਂ ਤਾਂ ਜਿਵੇਂ ਖੁਸ਼ੀਆਂ ਹੀ ਖੋਈਆਂ ਗਈਆਂ। ਉਸ ਨੂੰ ਹਰ ਵਕਤ ਤਾਨੇ ਮਾਰਦੀ ਰਹਿੰਦੀ। ਸਾਰਿਆਂ ਦੇ ਸਾਹਮਣੇ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ, ਪਰ ਜਦੋਂ ਕੋਈ ਨਾ ਹੁੰਦਾ ਤਾਂ ਉਸ ਨੂੰ ਸੁਣਾਉਣ ਤੋਂ ਪਿੱਛੇ ਨਾ ਹਟਦੀ। ਇੱਕ ਦਿਨ ਅਮਰਜੀਤ ਦਾ ਫੋਨ ਆਇਆ। ਉਸ ਨਾਲ ਗੱਲ ਕਰਨ ਦੇ ਬਾਅਦ ਸੁਖਵੰਤ ਕੌਰ ਰਸੋਈ ਵਿੱਚ ਗਈ ਤੇ ਆਪਣੇ ਲਈ ਕੁਝ ਖਾਣ ਨੂੰ ਬਣਾਉਣ ਲੱਗੀ। ਉਸ ਦੀ ਨੂੰਹ ਆਪਣੇ ਮੁੰਡੇ ਨੂੰ ਦੇਖ ਕੇ ਉਸ ਵਿੱਚ ਦੀ ਕਹਿਣ ਲੱਗੀ, ਬੇਟਾ ਹਰ ਵਕਤ ਮਿੱਠਾ ਨਹੀਂ ਖਾਈਦਾ ਹੁੰਦਾ, ਇਹ ਸਿਹਤ ਲਈ ਚੰਗਾ ਨਹੀਂ ਹੁੰਦਾ। ਆਮਦਨੀ 98 ਤੇ ਖਰਚਾ ਰੁਪਈਆ, ਇਹ ਕਿੱਥੋਂ ਸਿੱਖਿਆ ਤੂੰ। ਸੁਖਵੰਤ ਕੌਰ ਸਭ ਸਮਝ ਰਹੀ ਸੀ ਕਿ ਬਹੂ ਆਪਣੇ ਬੇਟੇ ਨੂੰ ਨਹੀਂ ਮੈਨੂੰ ਕਹਿ ਰਹੀ ਹੈ, ਤਾਂ ਉਸਨੇ ਆਪਣੇ ਬੇਟੇ ਨਾਲ ਗੱਲ ਕਰਨ ਬਾਰੇ ਸੋਚਿਆ। ਹਾਲਾਂਕਿ ਉਹ ਆਪਣੇ ਘਰੇ ਕੋਈ ਲੜਾਈ ਝਗੜਾ ਨਹੀਂ ਚਾਹੁੰਦੀ ਸੀ। ਆਪਣੇ ਪੁੱਤ ਤੇ ਨੂੰਹ ਦੇ ਲੜਾਈ ਝਗੜੇ ਦਾ ਕਾਰਨ ਨਹੀਂ ਬਣਨਾ ਚਾਹੁੰਦੀ ਸੀ। ਹਰ ਰੋਜ਼ ਤਾਨੇ ਸੁਣਦੇ ਉਹ ਤੰਗ ਆ ਚੁੱਕੀ ਸੀ ਤੇ ਇੱਕ ਦਿਨ ਜਦੋਂ ਬੇਟਾ ਘਰ ਆਇਆ ਤਾਂ ਉਸ ਨੂੰ ਕਹਿ ਦਿੱਤਾ ਕਿ ਬੇਟਾ ਬਹੂ ਮੈਨੂੰ ਹਰ ਵਕਤ ਉਲਟਾ ਸਿੱਧਾ ਬੋਲਦੀ ਰਹਿੰਦੀ ਹੈ। ਰਜਿੰਦਰ ਨੇ ਕਿਹਾ, ਠੀਕ ਹੈ ਮਾਂ, ਮੈਂ ਹੁਣੇ ਪੁੱਛਦਾ ਹਾਂ। ਤੇ ਉਹ ਉਸੇ ਸਮੇਂ ਆਪਣੀ ਘਰਵਾਲੀ ਬਲਜੀਤ ਦੇ ਕੋਲ ਗਿਆ। ਬਲਜੀਤ, ਮੰਮੀ ਇਹ ਕੀ ਸ਼ਿਕਾਇਤ ਕਰ ਰਹੀ ਹੈ? ਤੂੰ ਉਸ ਨਾਲ ਬਹਿਸ ਕਰਦੀ ਹੈ, ਉਸ ਨੂੰ ਤਾਨੇ ਮਾਰਦੀ ਹੈ। ਤਾਂ ਬਲਜੀਤ ਕਹਿੰਦੀ, ਮੈਂ ਤਾਂ ਉਸ ਨੂੰ ਕਦੇ ਕੁਝ ਨਹੀਂ ਕਹਿੰਦੀ, ਉਹ ਤਾਂ ਮੈਂ ਬੱਚਿਆਂ ਨੂੰ ਕਹਿੰਦੀ ਹਾਂ। ਹੁਣ ਕੀ ਮੈਂ ਆਪਣੇ ਮੁੰਡਿਆਂ ਨੂੰ ਵੀ ਕੁਝ ਨਾ ਬੋਲਾਂ? ਮਿੱਠਾ ਹਰ ਵਕਤ ਨਹੀਂ ਖਾਈਦਾ ਹੁੰਦਾ। ਉਹਨਾਂ ਨੂੰ ਨਾ ਸਮਝਾਵਾਂ ਤਾਂ ਕਿਸ ਨੂੰ ਸਮਝਾਵਾਂ? ਮੰਮੀ ਜੀ ਤਾਂ ਹਮੇਸ਼ਾ ਗਲਤ ਮਤਲਬ ਕੱਢਦੀ ਹੈ, ਕਿਉਂਕਿ ਮੈਂ ਉਸ ਦੀ ਪਸੰਦ ਦੀ ਨਹੀਂ ਹਾਂ ਨਾ। ਉਹ ਤਾਂ ਕਿਸੇ ਪਿੰਡ ਦੀ ਕੁੜੀ ਨਾਲ ਤੇਰਾ ਵਿਆਹ ਕਰਨਾ ਚਾਹੁੰਦੀ ਸੀ, ਇਸ ਲਈ ਉਹ ਮੇਰੇ ਤੇ ਸੜਦੀ ਹੈ। ਜਾ ਕੇ ਦੇਖੋ ਤਾਂ ਰਸੋਈ ਵਿੱਚ ਮੈਂ ਮਾਂ ਦੇ ਲਈ ਕੀ ਬਣਾਇਆ ਹੈ। ਮੰਮੀ ਜੀ ਮੈਨੂੰ ਹਮੇਸ਼ਾ ਗਲਤ ਸਮਝਦੀ ਹੈ, ਤੈਨੂੰ ਮੇਰੇ ਖਿਲਾਫ ਭੜਕਾਉਂਦੀ ਹੈ। ਇਹ ਸਭ ਕਹਿ ਕੇ ਬਲਜੀਤ ਮਗਰਮੱਛ ਦੇ ਹੰਝੂ ਰੋਣ ਲੱਗੀ। ਨੂੰਹ ਪੁੱਤ ਦੇ ਕਮਰੇ ਵਿੱਚ ਉੱਚੀ ਰੌਲਾ ਪਾਉਣ ਦੀ ਆਵਾਜ਼ ਆ ਰਹੀ ਸੀ ਕਿ ਆਪਣੇ ਕਮਰੇ ਵਿੱਚ ਬੈਠੀ ਸੁਖਵੰਤ ਕੌਰ ਸੁਣ ਰਹੀ ਸੀ। ਉਹ ਸਮਝ ਗਈ ਕਿ ਹੁਣ ਬੇਟਾ ਕਮਰੇ ਵਿੱਚ ਆ ਕੇ ਮੇਰੇ ਨਾਲ ਹੀ ਲੜਨ ਵਾਲਾ ਹੈ ਤੇ ਠੀਕ ਉਸ ਤਰ੍ਹਾਂ ਹੀ ਹੋਇਆ। ਰਜਿੰਦਰ ਆਇਆ ਤੇ ਮਾਂ ਨੂੰ ਕਹਿੰਦਾ, ਮੰਮੀ ਇੱਕ ਤਾਂ ਵਿਚਾਰੀ ਸਾਰਾ ਦਿਨ ਤੇਰੇ ਸੇਵਾ ਕਰਦੀ ਹੈ ਤੇ ਲੋਕਾਂ ਦੇ ਘਰਾਂ 'ਚ ਜਾ ਕੇ ਦੇਖੋ ਕਿ ਨੂੰਹਾਂ ਸੱਸਾਂ ਤੋਂ ਕਿੰਨਾ ਕੰਮ ਕਰਵਾਉਂਦੀਆਂ ਨੇ। ਉਹ ਤੇਰੇ ਪੈਰ ਘੁੱਟਦੀ ਹੈ, ਫਿਰ ਵੀ ਤੂੰ ਉਸ ਨੂੰ ਕੁਝ ਨਾ ਕੁਝ ਗਲਤ ਬੋਲਦੀ ਰਹਿੰਦੀ ਹੈ। ਮੰਮੀ, ਸ਼ਹਿਰ ਦੀ ਪੜ੍ਹੀ ਲਿਖੀ ਹੋ ਕੇ ਉਹ ਤੇਰੇ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੀ। ਤੈਨੂੰ ਗਰਮ ਰੋਟੀਆਂ ਪਕਾ ਕੇ ਦਿੰਦੀ ਹੈ, ਸਮੇਂ-ਸਮੇਂ 'ਤੇ ਦਵਾਈ ਦਿੰਦੀ ਹੈ। ਤੇਰੀ ਵੀ ਤਾਂ ਬੇਟੀ ਕਿਸੇ ਘਰ ਵਿੱਚ ਵਿਆਹੀ ਹੈ। ਜੇ ਉਸ ਦੇ ਨਾਲ ਕੋਈ ਇਹੋ ਜਿਹੀ ਹਰਕਤ ਕਰੇਗਾ ਤਾਂ ਤੈਨੂੰ ਕਿਵੇਂ ਲੱਗੇਗਾ? ਹੁਣ ਜਾ ਕੇ ਨੂੰਹ ਤੋਂ ਮਾफ़ੀ ਮੰਗ। ਅੱਜ ਤੋਂ ਬਾਅਦ ਮੈਂ ਕੁਝ ਨਹੀਂ ਸੁਣਨਾ ਚਾਹੁੰਦਾ। ਜੇ ਉਸਨੇ ਕੁਝ ਉਲਟਾ ਸਿੱਧਾ ਕੀਤਾ ਤਾਂ ਉਸ ਦੀ ਜ਼ਿੰਮੇਵਾਰ ਵੀ ਤੂੰ ਹੀ ਹੋਏਂਗੀ। ਸ਼ਰਮ ਆਉਂਦੀ ਹੈ ਮੈਨੂੰ ਤੁਹਾਨੂੰ ਆਪਣੀ ਮਾਂ ਕਹਿੰਦੇ ਹੋਏ, ਤੇ ਤੁਹਾਡੀ ਉਮਰ ਹੈ ਹੁਣ ਇੰਨਾ ਮਿੱਠਾ ਖਾਣ ਦੀ। ਮਾਂ, ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ। ਛੋਟੀਆਂ ਗੱਲਾਂ ਨੂੰ ਇੰਨਾ ਵੱਡਾ ਨਾ ਕਰਿਆ ਕਰੋ।
ਇੰਨਾ ਕਹਿ ਕੇ ਰਜਿੰਦਰ ਚਲਾ ਗਿਆ। ਹੁਣ ਬਲਜੀਤ ਆਪਣੀ ਉਂਗਲ ਆਪਣੇ ਵਾਲਾਂ ਵਿੱਚ ਘੁਮਾਉਂਦੇ ਹੋਏ ਸੱਸ ਵੱਲ ਦੇਖ ਕੇ ਹੱਸਣ ਲੱਗੀ। ਮੰਮੀ ਜੀ, ਕਿੰਨੀ ਭੋਲੀ ਹੈ ਤੂੰ, ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਵੀ ਨਾ ਕਰਨਾ। ਮੰਮੀ, ਮੈਂ ਇੰਨਾ ਕੁਝ ਖਾਣ ਲਈ ਤੇਰੇ ਲਈ ਨਹੀਂ ਬਣਾਇਆ, ਆਪਣੀ ਮੰਮੀ ਲਈ ਬਣਾਇਆ ਹੈ। ਬਸ ਖਾਣਾ ਆਪਣੇ ਪੇਕਿਆਂ 'ਤੇ ਲੈ ਕੇ ਜਾ ਰਹੀ ਹਾਂ। ਸਮਝੀ ਤੂੰ, ਅੱਜ ਤੋਂ ਬਾਅਦ ਤੂੰ ਆਪਣਾ ਕੰਮ ਖੁਦ ਕਰੇਂਗੀ। ਕੀ ਜ਼ਰੂਰਤ ਸੀ ਇੱਥੇ ਆਉਣ ਦੀ, ਹੁਣ ਤਾਂ ਭੁਗਤਣਾ ਹੀ ਪਏਗਾ। ਮੈਂ ਤੁਹਾਨੂੰ ਇੰਨਾ ਸੁਣਾਉਂਗੀ ਕਿ ਤੂੰ ਘੁੱਟ-ਘੁੱਟ ਕੇ ਜੀਏਂਗੀ। ਹੌਲੀ-ਹੌਲੀ ਬਲਜੀਤ ਨੂੰ ਆਪਣੀ ਸੱਸ ਨੂੰ ਪਰੇਸ਼ਾਨ ਕਰਨ ਵਿੱਚ ਬੜਾ ਮਜ਼ਾ ਆਉਣ ਲੱਗਿਆ। ਤੇ ਇੱਕ ਦਿਨ ਰਜਿੰਦਰ ਸ਼ਹਿਰ ਦੇ ਬਾਹਰ ਗਿਆ ਹੋਇਆ ਸੀ। ਰਾਤ ਦੇ 12 ਵੱਜ ਰਹੇ ਸੀ ਤੇ ਸੁਖਵੰਤ ਕੌਰ ਪਤਲੀ ਜਿਹੀ ਚਾਦਰ ਜੋ ਜਗ੍ਹਾ ਤੋਂ ਫਟੀ ਹੋਈ ਸੀ, ਉਸ ਨੂੰ ਲੈ ਕੇ ਸੌਂ ਰਹੀ ਸੀ। ਖੁਦ ਨੂੰ ਵਾਰ-ਵਾਰ ਢੱਕ ਰਹੀ ਸੀ। ਠੰਡ ਲੱਗ ਰਹੀ ਸੀ। ਕਿੰਨੀ ਵਾਰ ਬਲਜੀਤ ਨੂੰ ਕਿਹਾ, ਬਲਜੀਤ ਮੈਨੂੰ ਇੱਕ ਕੰਬਲ ਦੇ ਦੇ, ਪਰ ਉਸ ਦੇ ਤਾਂ ਕੰਨ 'ਤੇ ਜਿਉਂ ਤੱਕ ਨਾ ਸਰਕੀ। ਵਿਚਾਰੀ ਮਾਂ ਦਾ ਦਰਦ ਵੀ ਨਹੀਂ ਨਜ਼ਰ ਆਉਂਦਾ ਸੀ। ਜਦੋਂ ਠੰਡ ਜ਼ਿਆਦਾ ਲੱਗਣ ਲੱਗੀ ਤਾਂ ਉਹ ਕੰਬਣ ਲੱਗੀ ਤੇ ਉਸ ਨੂੰ ਨੀਂਦ ਵੀ ਨਹੀਂ ਆ ਰਹੀ ਸੀ। ਕਦੇ ਆਪਣੇ ਹੱਥਾਂ ਨੂੰ ਰਗੜਦੀ ਤੇ ਕਦੇ ਆਪਣੇ ਪੈਰਾਂ ਨੂੰ ਕਿ ਸ਼ਾਇਦ ਕੋਈ ਗਰਮਾਹਟ ਹੋ ਜਾਏ। ਤਾਂ ਉਸਨੇ ਦੇਖਿਆ ਕਿ ਬਾਹਰ ਗੈਸਟ ਰੂਮ ਖੁੱਲ੍ਹਿਆ ਹੋਇਆ ਹੈ। ਸ਼ਾਇਦ ਬਹੂ ਅੱਜ ਲੌਕ ਕਰਨਾ ਭੁੱਲ ਗਈ ਸੀ। ਅੰਦਰ ਗਈ ਤਾਂ ਉਸ ਨੂੰ ਬੈੱਡ 'ਤੇ ਇੱਕ ਮੋਟਾ ਨਵਾਂ ਕੰਬਲ ਦਿਖਾਈ ਦਿੱਤਾ। ਉਸ ਨੂੰ ਕੰਬਲ ਨੂੰ ਲੈ ਕੇ ਸੁਖਵੰਤ ਕੌਰ ਉਸੇ ਕਮਰੇ ਵਿੱਚ ਜਾ ਕੇ ਸੌਂ ਗਈ। ਉਸਨੇ ਸੋਚਿਆ ਕਿ ਬਹੂ ਤਾਂ ਲੇਟ ਉੱਠਦੀ ਹੈ, ਉਸ ਦੇ ਉੱਠਣ ਤੋਂ ਪਹਿਲਾਂ ਉੱਠ ਜਾਵਾਂਗੀ ਤੇ ਆਪਣੇ ਕਮਰੇ ਵਿੱਚ ਚੁੱਪਚਾਪ ਚਲੀ ਜਾਵਾਂਗੀ। ਪਰ ਰਾਤ ਨੂੰ ਦੇਰ ਨਾਲ ਸੌਣ ਦੇ ਕਰਕੇ ਸਵੇਰੇ ਉਸਦੀ ਅੱਖ ਨਾ ਖੁੱਲ੍ਹੀ। ਸਵੇਰ ਦੇ 10 ਵੱਜ ਗਏ ਕਿ ਓਨੇ ਚਿਰ ਨੂੰ ਅਚਾਨਕ ਇੱਕ ਜ਼ੋਰ ਨਾਲ ਡੰਡਾ ਉਸ ਦੀ ਢੂਈ ਵਿੱਚ ਵੱਜਿਆ। ਬੁੱਢੀਏ, ਤੇਰੀ ਹਿੰਮਤ ਕਿਵੇਂ ਹੋਈ ਇਸ ਕਮਰੇ ਵਿੱਚ ਆ ਕੇ ਸੌਣ ਦੀ, ਮੇਰੀ ਮਾਂ ਦਾ ਕੰਬਲ ਲੈ ਕੇ ਸੌਣ ਦੀ? ਤੂੰ ਇਹ ਕੰਬਲ ਖਰਾਬ ਕਰ ਦਿੱਤਾ। ਮੈਂ ਆਪਣੀ ਮਾਂ ਦੇ ਲਈ ਇਹ ਨਵਾਂ ਕੰਬਲ ਲਿਆ ਕੇ ਰੱਖਿਆ ਸੀ। ਇੰਨਾ ਕਹਿ ਕੇ ਸੁਖਵੰਤ ਕੌਰ ਨੂੰ ਥੱਪੜ ਤੇ ਥੱਪੜ ਮਾਰਨ ਲੱਗੀ। ਉਹ ਬਲਜੀਤ ਦੇ ਅੱਗੇ ਹੱਥ ਜੋੜਨ ਲੱਗੀ, ਬਹੂ ਨਾ ਮਾਰ ਮੈਨੂੰ, ਮੈਂ ਦੁਬਾਰਾ ਇਹੋ ਜਿਹੀ ਗਲਤੀ ਨਹੀਂ ਕਰਾਂਗੀ, ਕੁਝ ਤਾਂ ਤਰਸ ਖਾ ਮੇਰੇ 'ਤੇ। ਸੁਖਵੰਤ ਕੌਰ ਬਹੁਤ ਦੇਰ ਤੱਕ ਰੋਂਦੀ ਰਹੀ, ਪਰ ਬਲਜੀਤ 'ਤੇ ਤਾਂ ਜਿਵੇਂ ਭੂਤ ਸਵਾਰ ਸੀ, ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਛੋਟੇ ਪੋਤੇ ਨੇ ਆਪਣੀ ਮਾਂ ਨੂੰ ਦਾਦੀ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦੇ ਦੇਖ ਲਿਆ। ਹਾਲਾਂਕਿ ਉਹ ਇੰਨੇ ਤਮੀਜ਼ਦਾਰ ਤਾਂ ਨਹੀਂ ਸੀ, ਪਰ ਫਿਰ ਵੀ ਅੱਜ ਉਸ ਦੇ ਦਿਲ ਵਿੱਚ ਦਾਦੀ ਦੇ ਲਈ ਦਇਆ ਦੀ ਭਾਵਨਾ ਆ ਗਈ ਤੇ ਉਸਨੇ ਆਪਣੀ ਮਾਂ ਦੇ ਹੱਥ ਨੂੰ ਫੜ ਲਿਆ। ਕਹਿੰਦਾ, ਮੰਮਾ ਖਬਰਦਾਰ, ਜੋ ਦਾਦੀ ਨੂੰ ਮਾਰਿਆ ਤਾਂ ਉਸ ਨੂੰ ਤੂੰ ਗਲਤ ਬੋਲਦੀ ਹੈ। ਉਹ ਤਾਂ ਸਮਝ ਆਉਂਦਾ ਸੀ, ਪਰ ਅੱਜ ਤੁਸੀਂ ਹੱਥ ਉਠਾ ਦਿੱਤਾ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਬਲਜੀਤ ਨੇ ਕਿਹਾ, ਆਪਣੇ ਕੰਮ ਨਾਲ ਕੰਮ ਰੱਖ, ਜ਼ਿਆਦਾ ਦਾਦੀ ਦੀ ਤਰਫਦਾਰੀ ਨਾ ਕਰ, ਨਹੀਂ ਤਾਂ ਤੈਨੂੰ ਵੀ ਖਾਣ ਨੂੰ ਕੁਝ ਨਹੀਂ ਦਿਆਂਗੀ। ਤੇ ਖਬਰਦਾਰ, ਇਹ ਗੱਲ ਤੂੰ ਕਿਸੇ ਹੋਰ ਨੂੰ ਕਹੀ ਤਾਂ। ਦੀਪ ਚੁੱਪਚਾਪ ਉੱਥੋਂ ਚਲਾ ਗਿਆ। ਇੱਕ ਵਾਰ ਜਦੋਂ ਬਹੂ ਨੇ ਸੱਸ 'ਤੇ ਹੱਥ ਉਠਾ ਦਿੱਤਾ ਤਾਂ ਫਿਰ ਤਾਂ ਰੋਜ਼ ਦਾ ਹੀ ਇਹ ਕੰਮ ਹੋ ਗਿਆ ਸੀ। ਗੱਲ-ਗੱਲ 'ਤੇ ਹੱਥ ਉਠਾ ਦਿੰਦੀ। ਦੂਜੇ ਦਿਨ ਜਦੋਂ ਉਸ ਦਾ ਬੇਟਾ ਰਜਿੰਦਰ ਘਰ ਵਾਪਸ ਆਇਆ ਤਾਂ ਸੁਖਵੰਤ ਕੌਰ ਨੇ ਆਪਣੇ ਬੇਟੇ ਨਾਲ ਗੱਲ ਕਰਨ ਬਾਰੇ ਸੋਚਿਆ, ਪਰ ਜਦੋਂ ਉਸਨੇ ਆਪਣੇ ਬੇਟੇ ਨਾਲ ਗੱਲ ਕਰਨੀ ਚਾਹੀ, ਉਸਨੇ ਪਹਿਲਾਂ ਹੀ ਉਸ ਦੀ ਪਤਨੀ ਨੇ ਆਪਣੇ ਸਰੀਰ 'ਤੇ ਖਰੋਚ ਦੇ ਨਿਸ਼ਾਨ ਲਗਾ ਦਿੱਤੇ ਤੇ ਖੁਦ ਨੂੰ ਹੀ ਕੁੱਟਮਾਰ ਕਰਕੇ ਆਪਣੇ ਸਰੀਰ ਤੋਂ ਖੂਨ ਕੱਢ ਲਿਆ। ਤੇ ਜਦੋਂ ਰਜਿੰਦਰ ਕਮਰੇ ਵਿੱਚ ਆਇਆ ਤਾਂ ਬਲਜੀਤ ਚੁੱਪਚਾਪ ਬੁੱਤ ਬਣ ਕੇ ਖੜੀ ਸੀ। ਰਜਿੰਦਰ ਕਹਿੰਦਾ, ਕੀ ਹੋਇਆ, ਇੰਨੀ ਚੁੱਪ ਕਿਉਂ ਹੈ? ਉਹ ਕੁਝ ਬੋਲੀ ਨਹੀਂ। ਰਜਿੰਦਰ ਉਸ ਨੂੰ ਦੇਖ ਕੇ ਕਹਿੰਦਾ, ਕੀ ਹੋਇਆ, ਦੱਸ ਨਾ ਬਲਜੀਤ। ਬਲਜੀਤ ਕਹਿੰਦੀ, ਜੇ ਮੈਂ ਦੱਸਾਂਗੀ ਤਾਂ ਤੁਹਾਨੂੰ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਹੋਏਗਾ, ਤੁਹਾਨੂੰ ਤਾਂ ਲੱਗੇਗਾ ਮੈਂ ਝੂਠ ਬੋਲ ਰਹੀ ਹਾਂ। ਪਰ ਇਹ ਦੇਖ, ਤੇਰੀ ਭੋਲੀ ਮਾਂ ਨੇ ਮੇਰਾ ਕੀ ਹਾਲ ਕਰ ਦਿੱਤਾ। ਇੰਨਾ ਕਹਿਣ ਦੇ ਬਾਅਦ ਉਹ ਉੱਚੀ-ਉੱਚੀ ਰੋਣ ਲੱਗੀ। ਹੁਣ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੁੰਦਾ। ਰਜਿੰਦਰ, ਮੈਨੂੰ ਦਵਾਈ ਲਿਆ ਕੇ ਦੇ, ਮੈਨੂੰ ਬਹੁਤ ਦਰਦ ਹੋ ਰਿਹਾ ਹੈ। ਆਪਣੀ ਸੱਸ ਤੋਂ ਪਹਿਲਾਂ ਹੀ ਆਪਣੇ ਘਰ ਵਾਲੀ ਨੂੰ ਦਿਖਾਉਣ ਲੱਗੀ।
ਹੁਣ ਇਸ ਤੋਂ ਪਹਿਲਾਂ ਸੁਖਵੰਤ ਕੌਰ ਆਪਣੇ ਪੁੱਤ ਨੂੰ ਕੁਝ ਕਹਿੰਦੀ, ਰਜਿੰਦਰ ਪਹਿਲਾਂ ਹੀ ਆਪਣੀ ਮਾਂ ਦੇ ਕਮਰੇ ਵਿੱਚ ਗੁੱਸੇ ਨਾਲ ਉਬਲਦਾ ਹੋਇਆ ਆਇਆ ਤੇ ਕਹਿੰਦਾ, ਮੰਮੀ, ਮਾਂ ਤਾਂ ਮਮਤਾ ਦੀ ਮੂਰਤੀ ਹੁੰਦੀ ਹੈ ਤੇ ਤੂੰ ਉਸ ਨੂੰ ਇੰਨੀ ਬੇਰਹਿਮੀ ਨਾਲ ਮਾਰਿਆ। ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਵਿਚਾਰੀ ਤੇਰੀ ਧੀ ਵਰਗੀ ਹੈ। ਤੂੰ ਤਾਂ ਬਦਤਮੀਜੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹ ਤੇਰੀ ਇੰਨੀ ਸੇਵਾ ਕਰਦੀ ਹੈ ਤੇ ਤੂੰ ਅੱਜ ਉਸ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ। ਇਹ ਸਭ ਸੁਣ ਕੇ ਉਹ ਹੈਰਾਨ ਰਹਿ ਗਈ ਤੇ ਕਹਿੰਦੀ, ਇਹ ਕੀ ਝੂਠਾ ਇਲਜ਼ਾਮ ਲਗਾ ਰਿਹਾ ਹੈ ਮੇਰੇ ਤੇ ਬੇਟਾ? ਮੈਂ ਇਹ ਸਭ ਨਹੀਂ ਕੀਤਾ। ਮੈਂ ਕੰਬਲ ਲਿਆ ਸੀ ਤਾਂ ਤੇਰੀ ਘਰਵਾਲੀ ਨੇ ਹੀ ਮੈਨੂੰ ਬਹੁਤ ਕੁੱਟਿਆ। ਦਰਦ ਦੇ ਮਾਰੇ ਮੇਰਾ ਬੁਰਾ ਹਾਲ ਹੈ। ਦੇਖ ਮੇਰੀ ਕਮਰ ਕਿੰਨੀ ਸੁੱਜ ਕੇ ਲਾਲ ਹੋ ਗਈ ਹੈ। ਰਸੋਈ ਵਿੱਚ ਹਲਦੀ ਦਾ ਲੇਪ ਲੈਣ ਗਈ ਸੀ ਤਾਂ ਬਹੂ ਨੇ ਰਸੋਈ ਵਿੱਚੋਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਦੇਖ ਤਾਂ ਉਸਨੇ ਕੀ ਹਾਲ ਕੀਤਾ ਹੈ ਮੇਰਾ। ਇਸ ਤੇ ਰਜਿੰਦਰ ਕਹਿੰਦਾ, ਬਸ ਮੰਮੀ, ਬਹੁਤ ਹੋ ਗਿਆ। ਤੇਰਾ ਇਹ ਨਾਟਕ ਬਰਦਾਸ਼ਤ ਕਰਨ ਦੀ ਸੀਮਾ ਹੁੰਦੀ ਹੈ। ਪਿੰਡੋਂ ਮੈਂ ਤੈਨੂੰ ਇਸ ਲਈ ਨਹੀਂ ਲਿਆਇਆ ਸੀ ਕਿ ਤੂੰ ਲੜਾਈ ਕਰੇ। ਇਹ ਸਭ ਡਰਾਮਾ ਬੰਦ ਕਰ। ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਚੁੱਪਚਾਪ ਰਹਿਣਾ ਪਏਗਾ ਤੇ ਮੇਰੀ ਪਤਨੀ ਨੂੰ ਇੱਜ਼ਤ ਦੇਣੀ ਪਏਗੀ, ਤਾਂ ਹੀ ਉਹ ਤੈਨੂੰ 2 ਵਕਤ ਦੀ ਰੋਟੀ ਦੇਵੇਗੀ। ਹੁਣ ਤਾਂ ਸੁਖਵੰਤ ਕੌਰ ਦੀ ਹਾਲਤ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਸੀ। ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੀ, ਚੁੱਪਚਾਪ ਆਪਣੇ ਕਮਰੇ ਵਿੱਚ ਪਈ ਰਹਿੰਦੀ। ਖਾਣ ਨੂੰ ਮਿਲ ਜਾਂਦਾ ਤਾਂ ਖਾ ਲੈਂਦੀ, ਨਹੀਂ ਤਾਂ ਮੰਗਣ ਦੀ ਵੀ ਹਿੰਮਤ ਨਾ ਹੁੰਦੀ। ਕਦੇ ਕਦੇ ਤਾਂ ਭੁੱਖੀ ਹੀ ਪਈ ਰਹਿੰਦੀ ਤੇ ਉਸ ਨੂੰ ਲੱਗਦਾ ਜੋ ਹੋ ਰਿਹਾ ਹੈ ਉਹ ਠੀਕ ਹੋ ਰਿਹਾ ਹੈ। ਇੱਕ ਦਿਨ ਉਸਨੇ ਰਜਿੰਦਰ ਨੂੰ ਕਿਹਾ, ਬੇਟਾ, ਮੇਰੇ ਬਲੱਡ ਪ੍ਰੈਸ਼ਰ ਦੀ ਦਵਾਈ ਖਤਮ ਹੋ ਗਈ ਹੈ, ਲੈ ਆਉਂਦਾ। ਤੇ ਮੇਰੇ ਗੋਡੇ ਵੀ ਬਹੁਤ ਦਰਦ ਕਰ ਰਹੇ ਆ। ਤੁਰਨ ਫਿਰਨ ਵਿੱਚ ਬੜੀ ਪ੍ਰੋਬਲਮ ਹੋ ਰਹੀ ਹੈ। ਜ਼ਰਾ ਡਾਕਟਰ ਕੋਲ ਲੈ ਕੇ ਚੱਲ, ਦਿਖਾ ਲਵਾਂਗੀ। ਬਸ ਕੀ ਸੀ, ਬਲਜੀਤ ਤਾਂ ਇੰਤਜ਼ਾਰ ਵਿੱਚ ਬੈਠੀ ਸੀ ਜਿਵੇਂ ਲੜਨ ਲਈ। ਬਲਜੀਤ ਹੱਥ ਝਾੜਦੇ ਹੋਏ ਕਹਿੰਦੀ, ਜੇ ਥੋੜੀ ਜਿਹੀ ਵੀ ਸ਼ਰਮ ਬਚੀ ਹੈ ਤਾਂ ਇਸ ਘਰੋਂ ਚਲੀ ਜਾ। ਕਿਉਂ ਨਹੀਂ ਜਾਂਦੀ ਇੱਥੋਂ? ਬੇਸ਼ਰਮਾਂ ਦੀ ਤਰ੍ਹਾਂ ਪਈ ਰਹਿੰਦੀ ਹੈ। ਸਰੀਰ ਦੇ ਹਰ ਹਿੱਸੇ ਵਿੱਚ ਤੁਹਾਨੂੰ ਦਰਦ ਹੋਣ ਲੱਗਿਆ ਹੈ। ਪੈਸੇ ਕੀ ਦਰਖਤਾਂ ਨਾਲ ਲੱਗਦੇ ਆ? ਜਦੋਂ ਦੇਖੋ ਕੁਝ ਨਾ ਕੁਝ ਨਵੀਂ ਫਰਮਾਇਸ਼ ਆਪਣੇ ਪੁੱਤ ਨੂੰ ਕਰਦੀ ਰਹਿੰਦੀ ਹੈ ਤੇ ਪੁੱਤ ਵੀ ਚੁੱਪਚਾਪ ਹਰ ਚੀਜ਼ ਲਿਆ ਕੇ ਹਾਜ਼ਰ ਕਰ ਦਿੰਦਾ ਹੈ। ਦਵਾਈ ਤੱਕ ਤਾਂ ਗੱਲ ਸਮਝ ਵਿੱਚ ਆਉਂਦੀ ਹੈ। ਹੁਣ ਡਾਕਟਰ ਨੂੰ ਦਿਖਾਓ। ਸ਼ਹਿਰ ਵਿੱਚ ਡਾਕਟਰਾਂ ਦੀ ਕਿੰਨੀ ਫੀਸ ਹੈ? ਕੁਝ ਤਾਂ ਪਤਾ ਹੈ ਤੈਨੂੰ। ਕਦੇ ਅੱਖਾਂ ਵਿੱਚ ਦਰਦ, ਕਦੇ ਚਸ਼ਮਾ ਟੁੱਟ ਗਿਆ, ਕਦੇ ਕੀ ਤੇ ਕਦੇ ਕੀ। ਰੋਜ਼-ਰੋਜ਼ ਨਵੇਂ ਨਾਟਕ ਕਰਦੀ ਹੈ। ਤੈਨੂੰ ਕੁਝ ਕੰਮ ਤਾਂ ਹੈ ਨਹੀਂ। ਹੁਣ ਮਾਂ ਰਾਣੀ ਨੂੰ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਚਾਹੀਦੀ ਹੈ ਤੇ ਨਾਲ ਗੋਡਿਆਂ ਦੇ ਦਰਦ ਦੀ ਦਵਾਈ। ਆਪਦੇ ਕੋਲ ਤਾਂ 1 ਰੁਪਈਆ ਹੈ ਨਹੀਂ ਤੇ ਖਰਚੇ ਰੋਜ਼-ਰੋਜ਼ ਵਧਾ ਰਹੀ ਹੈ। ਮੇਰੇ ਬੱਚੇ ਵੱਡੇ ਹੋ ਰਹੇ ਆ, ਉਹਨਾਂ ਦੇ ਫਿਊਚਰ ਲਈ ਵੀ ਤਾਂ ਅਸੀਂ ਕੁਝ ਜੋੜ ਕੇ ਰੱਖਣਾ ਹੈ। ਇਹ ਸਾਰੀਆਂ ਗੱਲਾਂ ਉਹ ਰੋਜ਼-ਰੋਜ਼ ਸੁਣਾ ਕੇ ਆਪਣੀ ਸੱਸ ਦਾ ਜੀਣਾ ਹਰਾਮ ਕਰ ਦਿੰਦੀ। ਚਾਹੇ ਸੁਖਵੰਤ ਕੌਰ ਕੁਝ ਬੋਲੇ ਜਾਂ ਨਾ ਬੋਲੇ, ਉਹ ਤਾਂ ਵਿੱਚ ਆ ਕੇ ਟਪਕ ਹੀ ਪੈਂਦੀ, ਉਸ ਨੂੰ ਤਾਨੇ ਦੇਣ ਲੱਗ ਜਾਂਦੀ। ਸੁਖਵੰਤ ਕੌਰ ਆਪਣੇ ਪਤੀ ਨੂੰ ਯਾਦ ਕਰਕੇ ਬਸ ਰੋਂਦੀ ਰਹਿੰਦੀ। ਤੁਸੀਂ ਕੀ ਗਏ, ਮੇਰੀ ਕਿਸਮਤ ਹੀ ਖਰਾਬ ਹੋ ਗਈ। ਮੇਰੇ ਨੂੰਹ ਪੁੱਤ ਇਹ ਦਿਨ ਦਿਖਾਉਣਗੇ, ਸੋਚਿਆ ਵੀ ਨਹੀਂ ਸੀ। ਮਨ ਕਰਦਾ ਹੈ ਕਦੇ-ਕਦੇ ਖੁਦਕੁਸ਼ੀ ਕਰ ਲਵਾਂ। ਸੁਖਵੰਤ ਕੌਰ ਦਾ ਸਰੀਰ ਵੀ ਹੁਣ ਬਹੁਤ ਕਮਜ਼ੋਰ ਹੋ ਗਿਆ ਸੀ। ਜੇ ਉਹ ਘਰ ਛੱਡ ਕੇ ਪਿੰਡ ਵੀ ਜਾਂਦੀ ਤਾਂ ਉੱਥੇ ਉਸ ਦਾ ਖਿਆਲ ਕੌਣ ਰੱਖਦਾ? ਇੱਥੇ ਤਾਂ ਕਮ ਸੇ ਕਮ 2 ਵਕਤ ਦੀ ਰੋਟੀ ਤਾਂ ਮਿਲ ਹੀ ਰਹੀ ਸੀ। ਇੱਕ ਧੀ ਸੀ ਜੋ ਆਪਣੇ ਹੀ ਸਹੁਰਿਆਂ ਤੇ ਬਿਜੀ ਸੀ। ਉਸ ਦੇ ਘਰ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ। ਸੱਸ ਵੀ ਬੈੱਡ ਤੇ ਪਈ ਸੀ ਤੇ ਇਸ ਵਿੱਚ ਉਹ ਆਪਣੀ ਮਾਂ ਨੂੰ ਆਪਣੇ ਨਾਲ ਕਿਵੇਂ ਰੱਖ ਸਕਦੀ ਸੀ? ਸਹੁਰੇ ਦਾ ਰਵੱਈਆ ਵੀ ਬਹੁਤ ਅਜੀਬ ਸੀ। ਉਹ ਆਪਣੀ ਮਾਂ ਨੂੰ ਚਾਹ ਕੇ ਵੀ ਆਪਣੇ ਕੋਲ ਨਹੀਂ ਰੱਖ ਸਕਦੀ ਸੀ। ਸੁਖਵੰਤ ਕੌਰ ਵੀ ਜਾਣਦੀ ਸੀ ਧੀ ਨੂੰ ਜੇ ਇਹ ਸਭ ਦੱਸਾਂਗੀ ਤਾਂ ਉਹ ਦੁਖੀ ਹੋ ਜਾਏਗੀ, ਪਰ ਉਹ ਕੁਝ ਕਰ ਨਹੀਂ ਸਕੇਗੀ। ਇਸ ਲਈ ਜਦੋਂ ਵੀ ਫੋਨ ਆਉਂਦਾ ਤਾਂ ਹੱਸਦੇ ਹੋਏ ਉਸ ਨਾਲ ਗੱਲ ਕਰਦੀ। ਆਪਣਾ ਦੁੱਖੜਾ ਉਸ ਦੇ ਅੱਗੇ ਕਦੇ ਨਾ ਰੋਂਦੀ। ਪਰ ਇੱਕ ਦਿਨ ਸੁਖਵੰਤ ਕੌਰ ਦੀ ਧੀ ਅਮਰਜੀਤ ਆਪਣੇ ਬੇਟੇ ਨੂੰ ਰਾਤ ਨੂੰ ਸੁਆ ਰਹੀ ਸੀ
ਤਾਂ ਉਸ ਨੂੰ ਉਲਟੀਆਂ ਲੱਗੀਆਂ। ਉਸ ਨੂੰ ਹਸਪਤਾਲ ਲਿਜਾਣਾ ਪਿਆ। ਜਦੋਂ ਸਵੇਰੇ ਉਹ ਘਰ ਆਈ ਤਾਂ ਉਸ ਸਮੇਂ ਫੋਨ ਵੱਜ ਰਿਹਾ ਸੀ। ਉਸ ਨੂੰ ਕੁਝ ਇਹੋ ਜਿਹੀ ਖਬਰ ਮਿਲੀ ਜਿਸ ਨੂੰ ਸੁਣ ਕੇ ਉਹ ਸੋਫੇ 'ਤੇ ਡਿੱਗ ਗਈ। ਉਸ ਦੇ ਹੱਥ ਵਿੱਚੋਂ ਫੋਨ ਹੇਠਾਂ ਡਿੱਗ ਗਿਆ। ਉਹ ਸਭ ਦੇਖ ਕੇ ਅਮਰਜੀਤ ਦੀ ਕੁੜੀ ਤੇ ਉਸ ਦਾ ਘਰਵਾਲਾ ਪਰੇਸ਼ਾਨ ਹੋ ਗਏ। ਅਮਰਜੀਤ ਦੇ ਪਤੀ ਨੇ ਪੁੱਛਿਆ, ਕੀ ਹੋਇਆ ਹੈ? ਤਾਂ ਉਸ ਦਾ ਗਲ ਭਰ ਆਇਆ ਤੇ ਮੂੰਹ ਵਿੱਚੋਂ ਇੱਕ ਹੀ ਸ਼ਬਦ ਨਿਕਲਿਆ, ਮਾਂ। ਉਸ ਦੇ ਹੰਝੂ ਬਸ ਵਹਿ ਰਹੇ ਸੀ, ਕੁਝ ਨਾ ਬੋਲੀ। ਤਾਂ ਅਮਰਜੀਤ ਦੇ ਘਰ ਵਾਲੇ ਹਰਜੀਤ ਨੇ ਦੁਬਾਰਾ ਫੋਨ ਲਗਾਇਆ। ਅੱਗੋਂ ਅਮਰਜੀਤ ਦੀ ਮਾਂ ਦੀ ਅਚਾਨਕ ਮਰਨ ਦੀ ਖਬਰ ਮਿਲੀ ਤਾਂ ਉਹ ਹੱਕਾ ਬੱਕਾ ਰਹਿ ਗਿਆ। ਇਹ ਖਬਰ ਸੁਣ ਕੇ ਅਮਰਜੀਤ ਦਾ ਕੋਈ ਹਾਲ ਨਾ ਰਿਹਾ। ਇੱਕ ਧੀ ਆਪਣੀ ਮਾਂ ਨਾਲ ਸਭ ਤੋਂ ਜ਼ਿਆਦਾ ਜੁੜੀ ਹੁੰਦੀ ਹੈ। ਉਸ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਤਾਂ ਉਹ ਪਾਗਲ ਜਿਹੀ ਹੋ ਗਈ। ਉਸ ਨੂੰ ਯਾਦ ਆਇਆ, ਅਜੇ 2 ਦਿਨ ਪਹਿਲਾਂ ਹੀ ਤਾਂ ਮਾਂ ਨਾਲ ਮੈਂ ਗੱਲ ਕੀਤੀ ਸੀ। ਉਹ ਕਹਿ ਰਹੀ ਸੀ ਗੋਡੇ ਦਰਦ ਕਰ ਰਹੇ ਆ, ਬਾਕੀ ਸਭ ਕੁਝ ਤਾਂ ਠੀਕ ਹੈ। ਫਿਰ ਅਚਾਨਕ ਇਹੋ ਜਿਹਾ ਕੀ ਹੋ ਗਿਆ? ਰੋਂਦੇ ਰੋਂਦੇ ਉਹ ਆਪਣੀ ਮਾਂ ਦੇ ਘਰ ਜਾਣੀ ਆਪਣੇ ਭਰਾ ਦੇ ਘਰ ਪਹੁੰਚੀ। ਉਦੋਂ ਤੱਕ ਉਸ ਦਾ ਭਰਾ ਉਸ ਦੀ ਮਾਂ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਸੰਸਕਾਰ ਕਰਨ ਲਈ ਨਿਕਲ ਚੁੱਕਿਆ ਸੀ। ਅਮਰਜੀਤ ਨੇ ਭਾਬੀ ਨੂੰ ਕਿਹਾ, ਭਾਬੀ ਮੇਰਾ ਵੀ ਇੰਤਜ਼ਾਰ ਨਹੀਂ ਕੀਤਾ ਵੀਰੇ ਨੇ। ਭਾਬੀ ਚੁੱਪਚਾਪ ਖੜੀ ਰੋ ਰਹੀ ਸੀ। ਉੱਥੇ ਸਾਰੇ ਕਹਿ ਰਹੇ ਸੀ ਕਿ ਕੋਈ ਕਾਰਨ ਅਜੇ ਤੱਕ ਸਮਝ ਨਹੀਂ ਆਇਆ। ਬਹੂ ਨੇ ਸਾਰਿਆਂ ਨੂੰ ਇਹੀ ਕਿਹਾ ਕਿ ਜਿਸ ਸਮੇਂ ਮੰਮੀ ਦੀ ਮੌਤ ਹੋਈ ਉਸ ਸਮੇਂ ਅਸੀਂ ਘਰੇ ਨਹੀਂ ਸੀ ਤੇ ਕੁਰੀਅਰ ਵਾਲਾ ਆਇਆ ਸੀ ਤੇ ਮੰਮੀ ਗੇਟ ਖੋਲ੍ਹਣ ਜਦੋਂ ਪੌੜੀਆਂ ਤੋਂ ਹੇਠਾਂ ਜਾ ਰਹੀ ਸੀ ਉਸ ਸਮੇਂ ਬੈਲੈਂਸ ਵਿਗੜਨ ਕਰਕੇ ਉਹ ਪੌੜੀਆਂ ਤੋਂ ਹੇਠਾਂ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਪਰ ਅਮਰਜੀਤ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਮੰਮੀ ਨੂੰ ਤਾਂ ਗਠੀਆ ਦੀ ਸ਼ਿਕਾਇਤ ਸੀ। ਉਸ ਤੋਂ ਤਾਂ ਪੌੜੀਆਂ ਤੇ ਚੜ੍ਹਿਆ ਨਹੀਂ ਜਾਂਦਾ ਸੀ ਤੇ ਪੌੜੀਆਂ ਤੋਂ ਉਤਰਨ ਦੀ ਤਾਂ ਗੱਲ ਹੀ ਬਹੁਤ ਦੂਰ ਸੀ। ਉਸ ਦੇ ਗੋਡਿਆਂ ਦਾ ਦਰਦ ਦਿਨ ਪਰ ਦਿਨ ਵਧਦਾ ਜਾ ਰਿਹਾ ਸੀ। ਉਹ ਉੱਪਰੋਂ ਹੇਠਾਂ ਨਹੀਂ ਆ ਸਕਦੀ ਸੀ। ਅਮਰਜੀਤ ਨੂੰ ਲੱਗਿਆ ਇਹ ਸਭ ਗੱਲਾਂ ਕਰਨ ਦਾ ਸਹੀ ਸਮਾਂ ਨਹੀਂ ਹੈ। ਅਮਰਜੀਤ ਉੱਥੋਂ ਦੌੜਦੇ ਦੌੜਦੇ ਸ਼ਮਸ਼ਾਨ ਘਾਟ ਪਹੁੰਚ ਗਈ ਤੇ ਆਪਣੀ ਮਾਂ ਨੂੰ ਚਿੰਬੜ ਕੇ ਉਹ ਬਸ ਰੋਏ ਜਾ ਰਹੀ ਸੀ ਤੇ ਪਤਾ ਨਹੀਂ ਕਿੰਨੀਆਂ ਗੱਲਾਂ ਉਸਨੇ 1 ਸੈਕਿੰਡ ਵਿੱਚ ਆਪਣੀ ਮਾਂ ਨੂੰ ਕਹਿ ਦਿੱਤੀਆਂ। ਮੰਮੀ, ਤੂੰ ਮੈਨੂੰ ਕਿਉਂ ਛੱਡ ਕੇ ਚਲੀ ਗਈ? ਜਦੋਂ ਮੈਂ ਜਾਂਦੀ ਸੀ ਤਾਂ ਤੂੰ ਮੈਨੂੰ ਦੇਖਦੇ ਹੀ ਕਿੰਨਾ ਖੁਸ਼ ਹੋ ਜਾਂਦੀ ਸੀ। ਅਮਰਜੀਤ ਇਹ ਖਾ ਲੈ, ਅਮਰਜੀਤ ਉਹ ਖਾ ਲੈ, ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ ਤੇ ਤੂੰ ਮੈਨੂੰ ਇੰਨੇ ਪਿਆਰ ਨਾਲ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੀ ਸੀ। ਹੁਣ ਕੌਣ ਮੈਨੂੰ ਇਹ ਪਿਆਰ ਦੇਵੇਗਾ? ਮੰਮੀ, ਮੈਂ ਕਿੰਨੀ ਇਕੱਲੀ ਹੋ ਗਈ ਹਾਂ। ਹੁਣ ਮੈਂ ਕਿਸ ਨਾਲ ਆਪਣਾ ਦੁੱਖ ਦਰਦ ਬਿਆਨ ਕਰਾਂਗੀ? ਵਾਪਸ ਆ ਜਾ ਮੰਮੀ, ਵਾਪਸ ਆ ਜਾ, ਮੈਨੂੰ ਛੱਡ ਕੇ ਨਾ ਜਾ। ਆਪਣੀ ਮਾਂ ਦੇ ਮੱਥੇ ਤੇ ਹੱਥ ਫੇਰਨ ਲੱਗੀ ਤਾਂ ਮੱਥੇ ਤੇ ਬੰਨੀ ਪੱਟੀ ਪਾਸੇ ਹਟੀ ਤਾਂ ਅਮਰਜੀਤ ਇਹ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਮੱਥੇ ਤੇ ਪੱਟੀ ਦੇ ਹੇਠਾਂ ਤਾਂ ਕੋਈ ਸੱਟ ਦਾ ਨਿਸ਼ਾਨ ਹੀ ਨਹੀਂ ਸੀ। ਮੱਥੇ ਤੇ ਕਿਤੇ ਵੀ ਸੱਟ ਨਹੀਂ ਸੀ। ਜਿਵੇਂ ਭਾਬੀ ਨੇ ਦੱਸਿਆ ਸੀ, ਪੌੜੀਆਂ ਤੋਂ ਡਿੱਗਣ ਕਰਕੇ ਮੰਮੀ ਦੇ ਮੱਥੇ ਤੇ ਬਹੁਤ ਸੱਟ ਲੱਗੀ ਹੈ। ਪਰ ਇੱਥੇ ਤਾਂ ਕੁਝ ਇਹੋ ਜਿਹਾ ਨਹੀਂ ਸੀ। ਜ਼ਰੂਰ ਕੋਈ ਗੜਬੜ ਹੈ। ਅਮਰਜੀਤ ਮਾਂ ਦੇ ਪੂਰੇ ਸਰੀਰ ਨੂੰ ਬੜੇ ਧਿਆਨ ਨਾਲ ਦੇਖਣ ਲੱਗੀ ਤਾਂ ਉਸ ਦੀ ਨਜ਼ਰ ਉਸ ਦੇ ਦੁਪੱਟੇ ਨਾਲ ਬੰਨੀ ਇੱਕ ਪਰਚੀ ਤੇ ਪਈ। ਅਮਰਜੀਤ ਨੇ ਅੰਤਿਮ ਸੰਸਕਾਰ ਦੇ ਮੌਜੂਦ ਸਾਰੇ ਲੋਕਾਂ ਦੇ ਸਾਹਮਣੇ ਉਸ ਦੇ ਦੁਪੱਟੇ ਵਿੱਚੋਂ ਖੋਲ੍ਹ ਕੇ ਚਿੱਠੀ ਤੇ ਜੋ ਲਿਖਿਆ ਸੀ, ਮਾਂ ਨੇ ਕੁਝ ਇਹੋ ਜਿਹਾ ਰਾਜ਼ ਖੋਲ੍ਹੇ ਸੀ ਜਿਸ ਨੂੰ ਪੜ੍ਹ ਕੇ ਉਹ ਹੈਰਾਨ ਹੋ ਗਈ। ਉਹਨੇ ਚਿਰ ਨੂੰ ਉਸ ਦੀ ਮਾਂ ਦੀ ਚਿਖਾ ਨੂੰ ਰਜਿੰਦਰ ਅੱਗ ਲਗਾਉਣ ਲੱਗਿਆ ਤਾਂ ਅਮਰਜੀਤ ਕਹਿੰਦੀ, ਵੀਰੇ ਰੁਕ ਜਾ। ਮੰਮੀ ਦੀ ਚਿਖਾ ਦੇ ਸਾਹਮਣੇ ਆ ਕੇ ਹੱਥ ਫੈਲਾ ਕੇ ਕਹਿੰਦੀ, ਕੋਈ ਵੀ ਇਸ ਦਾ ਸੰਸਕਾਰ ਅਜੇ ਨਹੀਂ ਕਰੇਗਾ। ਜਦੋਂ ਅਮਰਜੀਤ ਨੇ ਇਸ ਤਰ੍ਹਾਂ ਕੀਤਾ ਤਾਂ ਸਾਰੇ ਹੈਰਾਨ ਹੋ ਗਏ ਤੇ ਕਹਿੰਦੇ, ਅਮਰਜੀਤ ਬੇਟਾ ਇੰਨੀ ਕਮਲੀ ਨਾ ਬਣ। ਇਹ ਤਾਂ ਕੁਦਰਤ ਦਾ ਦਸਤੂਰ ਹੈ, ਜੋ ਆਉਂਦਾ ਹੈ ਇੱਕ ਦਿਨ ਉਸ ਨੂੰ ਜਾਣਾ ਹੀ ਪੈਂਦਾ ਹੈ। ਆਖਰ ਇਹੋ ਜਿਹਾ ਕੀ ਹੋ ਗਿਆ ਜੋ ਤੂੰ ਆਪਣੀ ਮਾਂ ਦੇ ਸਰੀਰ ਨੂੰ ਅੱਗ ਲਾਉਣ ਤੋਂ ਰੋਕ ਰਹੀ ਹੈ? ਤਾਂ ਅਮਰਜੀਤ ਨੇ ਆਪਣੇ ਘਰ ਵਾਲੇ ਨੂੰ ਆਪਣੀ ਮਾਂ ਦੀ ਚਿੱਠੀ ਦਿਖਾਈ ਜਿਸ ਨੂੰ ਪੜ੍ਹ ਕੇ ਹਰਜੀਤ ਵੀ ਹੈਰਾਨ ਹੋ ਗਿਆ। ਹੁਣ ਬਿਨਾਂ ਦੇਰੀ ਕੀਤੇ ਅਮਰਜੀਤ ਨੇ ਪੁਲਿਸ ਨੂੰ ਫੋਨ ਕਰ ਦਿੱਤਾ।
ਪਰ ਪੁਲਿਸ ਦੀ ਲਾਈਨ ਬਿਜ਼ੀ ਆ ਰਹੀ ਸੀ। ਉਸਨੇ ਆਪਣੇ ਘਰ ਵਾਲੇ ਨੂੰ ਪੁਲਿਸ ਸਟੇਸ਼ਨ ਭੇਜਿਆ। ਰਜਿੰਦਰ ਨੂੰ ਅਮਰਜੀਤ ਦੀ ਕੋਈ ਗੱਲ ਸਮਝ ਨਹੀਂ ਆ ਰਹੀ ਸੀ ਕਿ ਆਖਰ ਮਾਜਰਾ ਕੀ ਹੈ। ਅਮਰਜੀਤ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਕੁਝ ਦੇਰ ਵਿੱਚ ਹਰਜੀਤ ਪੁਲਿਸ ਲੈ ਕੇ ਪਹੁੰਚ ਗਿਆ। ਪੁਲਿਸ ਦੇ ਆਉਣ 'ਤੇ ਸਾਰੇ ਹੈਰਾਨ ਰਹਿ ਗਏ। ਆਖਰ ਮਾਜਰਾ ਕੀ ਹੈ, ਸਭ ਸਮਝ ਨਹੀਂ ਪਾ ਰਹੇ ਸੀ। ਅਮਰਜੀਤ ਨੇ ਪੁਲਿਸ ਵਾਲੇ ਨੂੰ ਉਹ ਪਰਚੀ ਦਿਖਾ ਦਿੱਤੀ ਜੋ ਕਿ ਉਸ ਦੀ ਮਾਂ ਦੇ ਦੁਪੱਟੇ ਨਾਲ ਬੰਨੀ ਹੋਈ ਸੀ। ਉਸ ਚਿੱਠੀ ਵਿੱਚ ਅਮਰਜੀਤ ਦੀ ਮਾਂ ਨੇ ਲਿਖਿਆ ਸੀ ਕਿ ਬਹੂ ਦਿਨ ਪਰ ਦਿਨ ਜਲਾਦ ਹੁੰਦੀ ਜਾ ਰਹੀ ਹੈ ਤੇ ਉਸ ਦੇ ਬਿਨਾਂ ਵਜ੍ਹਾ ਹੱਥ ਉਠਾ ਦਿੰਦੀ ਹੈ। ਕਦੇ ਉਸ ਦੀ ਕਮਰ ਤੋੜਦੀ ਹੈ, ਕਦੇ ਉਸ ਦੇ ਮੂੰਹ 'ਤੇ ਚਪੇੜਾ ਮਾਰਦੀ ਹੈ ਤੇ ਬੇਟਾ ਵੀ ਉਸ ਦਾ ਸਾਥ ਦਿੰਦਾ ਹੈ। ਪਰ ਅੱਜ ਰਾਤ ਜੋ ਮੈਂ ਸੁਣਿਆ ਉਸ ਦੀ ਤਾਂ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਦਰਅਸਲ ਅੱਜ ਰਾਤ ਨੂੰ ਜਦੋਂ ਵਾਸ਼ਰੂਮ ਜਾਣ ਲਈ ਮੈਂ ਉੱਠੀ ਸੀ ਤਾਂ ਉਸ ਦਾ ਗਲਾ ਸੁੱਕ ਰਿਹਾ ਸੀ ਤਾਂ ਮੈਂ ਰਸੋਈ ਵਿੱਚ ਪਾਣੀ ਲੈਣ ਗਈ ਕਿਉਂਕਿ ਮੈਂ ਰਾਤ ਨੂੰ ਪਾਣੀ ਰੱਖਣਾ ਭੁੱਲ ਗਈ ਸੀ। ਪਾਣੀ ਲੈਣ ਦੇ ਬਾਅਦ ਜਿਵੇਂ ਹੀ ਮੈਂ ਗੈਸਟ ਰੂਮ ਦੇ ਦਰਵਾਜ਼ੇ ਦੇ ਕੋਲੋਂ ਲੰਘੀ ਤਾਂ ਬਲਜੀਤ ਤੇ ਉਸ ਦੀ ਮਾਂ ਦੀਆਂ ਗੱਲਾਂ ਸੁਣਾਈ ਦਿੱਤੀਆਂ। ਇੰਨੇ ਰਾਤ ਨੂੰ ਦੋਨੇ ਕੀ ਗੱਲਾਂ ਕਰ ਰਹੀਆਂ ਨੇ, ਮੈਨੂੰ ਤਾਂ ਇਹ ਸੋਚ ਕੇ ਘਬਰਾਹਟ ਹੋ ਰਹੀ ਸੀ। ਮੈਨੂੰ ਆਵਾਜ਼ ਆਈ, ਅਜੇ ਮਾਂ ਰਜਿੰਦਰ ਨਹੀਂ ਹੈ, ਹੁਣ ਸਹੀ ਸਮਾਂ ਹੈ। ਜਦੋਂ ਇਹ ਗੱਲਾਂ ਮੇਰੇ ਕੰਨ ਵਿੱਚ ਪਈਆਂ ਤਾਂ ਮੈਂ ਰੋਕ ਕੇ ਉਹਨਾਂ ਦੇ ਦਰਵਾਜ਼ੇ 'ਤੇ ਆਪਣਾ ਕੰਨ ਲਗਾ ਲਿਆ ਤੇ ਧਿਆਨ ਨਾਲ ਸੁਣਨ ਲੱਗੀ। ਗੱਲਾਂ 'ਤੇ ਥੋੜ੍ਹਾ ਹੋਰ ਗੌਰ ਦਿੱਤਾ ਤਾਂ ਮੈਨੂੰ ਪਤਾ ਚੱਲਿਆ ਕਿ ਮੇਰੀ ਨੂੰਹ ਤੇ ਉਸ ਦੀ ਮਾਂ ਮੇਰੇ ਖਿਲਾਫ ਛੜਯੰਤਰ ਰਚ ਰਹੀਆਂ ਨੇ, ਜਿਸ ਦਾ ਮੈਨੂੰ ਅੰਦਾਜ਼ਾ ਹੀ ਨਹੀਂ ਸੀ। ਦਰਅਸਲ ਬਲਜੀਤ ਤੇ ਉਸ ਦੀ ਮਾਂ ਮੈਨੂੰ ਹਮੇਸ਼ਾ ਲਈ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੀਆਂ ਸੀ। ਨਹੀਂ ਤਾਂ ਉਹ ਸੋਚਦੀਆਂ ਸੀ ਕਿਤੇ ਮੈਂ ਇਹ ਸਾਰੀ ਜਾਇਦਾਦ ਆਪਣੀ ਧੀ ਦੇ ਨਾਮ ਨਾ ਕਰ ਦਿਆਂ। ਇੱਕ ਛੋਟਾ ਜਿਹਾ ਪਿੰਡ ਵਿੱਚ ਘਰ ਹੈ ਤੇ ਥੋੜ੍ਹੀ ਜਿਹੀ ਜ਼ਮੀਨ, ਕਿਤੇ ਮੈਂ ਆਪਣੀ ਧੀ ਦੇ ਨਾਮ ਨਾ ਕਰ ਦਿਆਂ। ਕਿਉਂਕਿ ਅਮਰਜੀਤ ਦੀ ਆਰਥਿਕ ਹਾਲਤ ਠੀਕ ਨਹੀਂ ਚੱਲ ਰਹੀ ਸੀ ਤਾਂ ਬਲਜੀਤ ਨੇ 2 ਦਿਨ ਪਹਿਲਾਂ ਮੈਨੂੰ ਅਮਰਜੀਤ ਨਾਲ ਫੋਨ 'ਤੇ ਗੱਲ ਕਰਦੇ ਸੁਣਿਆ ਸੀ। ਇਸ ਲਈ ਦੋਨੇ ਮਾਵਾਂ ਧੀਆਂ ਮੇਰੇ ਖਿਲਾਫ ਛੜਯੰਤਰ ਬਣਾ ਰਹੀਆਂ ਸੀ। ਮਾਂ ਮਰ ਜਾਏਗੀ ਤਾਂ ਚੰਗਾ ਹੋਏਗਾ, ਮੈਨੂੰ ਸੇਵਾ ਵੀ ਨਾ ਕਰਨੀ ਪਏਗੀ, ਇਸ ਤੋਂ ਛੁਟਕਾਰਾ ਮਿਲ ਜਾਏਗਾ ਤੇ ਇਸ ਦੀ ਸਾਰੀ ਜਾਇਦਾਦ ਸਾਡੀ ਹੋ ਜਾਏਗੀ। ਇਸ ਲਈ ਆਪਾਂ ਨੂੰ ਜਲਦੀ ਤੋਂ ਜਲਦੀ ਕੁਝ ਕਰਨਾ ਪਏਗਾ। ਜਦੋਂ ਮੈਂ ਇਹ ਗੱਲਾਂ ਸੁਣੀਆਂ ਤਾਂ ਕੁਝ ਸਮੇਂ ਲਈ ਤਾਂ ਮੇਰਾ ਸਾਹ ਆਉਣਾ ਹੀ ਬੰਦ ਹੋ ਗਿਆ। ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ, ਕਿਉਂਕਿ ਹੁਣ ਤੱਕ ਬਹੁਤ ਰਾਤ ਹੋ ਚੁੱਕੀ ਸੀ। ਫਿਰ ਵੀ ਮੈਂ ਅਮਰਜੀਤ ਨੂੰ ਫੋਨ ਕਰਨਾ ਚਾਹਿਆ ਪਰ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ ਕਿਉਂਕਿ ਅਮਰਜੀਤ ਦੀ ਤਬੀਅਤ ਠੀਕ ਨਹੀਂ ਸੀ। ਉਹ ਹਸਪਤਾਲ ਵਿੱਚ ਦਾਖਲ ਸੀ। ਉਸ ਚਿੱਠੀ ਵਿੱਚ ਅਮਰਜੀਤ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਬਹੂ ਤੇ ਉਸ ਦੀ ਮਾਂ ਹੋਏਗੀ। ਮੇਰਾ ਪੁੱਤ ਰਜਿੰਦਰ ਮੈਨੂੰ ਮਾਰਨਾ ਚਾਹੁੰਦਾ ਹੈ ਜਾਂ ਨਹੀਂ, ਇਹ ਮੈਂ ਨਹੀਂ ਜਾਣਦੀ। ਮਰਦੇ ਮਰਦੇ ਰਜਿੰਦਰ ਦੇ ਪਿਓ ਨੇ ਜ਼ਮੀਨ ਵੰਡ ਦਿੱਤੀ ਸੀ ਜੋ ਅਮਰਜੀਤ ਦੇ ਪਾਪਾ ਦੀ ਫੋਟੋ ਪਿੰਡ ਵਾਲੇ ਘਰੇ ਕੰਧ 'ਤੇ ਲੱਗੀ ਹੋਈ ਹੈ। ਉਸ ਦੇ ਪਿੱਛੇ ਜ਼ਮੀਨ ਦੇ ਕਾਗਜ਼ ਨੇ ਜੋ ਮੇਰੇ ਪੁੱਤ ਨੂੰਹ ਨੂੰ ਨਹੀਂ ਪਤਾ। ਬਲਵੰਤ ਸਿੰਘ ਨੇ ਮਰਨ ਤੋਂ ਪਹਿਲਾਂ ਜ਼ਮੀਨ ਖਰੀਦੀ ਸੀ ਕਿ ਬੁਢਾਪੇ ਵਿੱਚ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਹ ਜ਼ਮੀਨ ਉਹਨਾਂ ਨੇ ਆਪਣੀ ਧੀ ਦੇ ਨਾਮ ਕਰ ਦਿੱਤੀ ਤੇ ਪਿੰਡ ਦਾ ਘਰ ਆਪਣੇ ਪੁੱਤ ਦੇ ਨਾਮ ਕਰ ਦਿੱਤਾ। ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੀ ਨੂੰਹ ਕੁਝ ਵੀ ਕਰ ਸਕਦੀ ਹੈ, ਇਸ ਲਈ ਮੈਂ ਆਖਰੀ ਇੱਛਾ ਇਸ ਚਿੱਠੀ ਵਿੱਚ ਲਿਖ ਰਹੀ ਹਾਂ ਤੇ ਸ਼ਾਇਦ ਇਹ ਚਿੱਠੀ ਲਿਖ ਕੇ ਮੈਂ ਆਪਣੇ ਦੁਪੱਟੇ ਨਾਲ ਬੰਨ੍ਹ ਲਈ ਹੈ। ਇੰਨੀ ਹੀ ਦੇਰ ਵਿੱਚ ਉਸ ਦੇ ਨਾਲ ਕੋਈ ਹਾਦਸਾ ਹੋ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਘਟਨਾ ਕਿਵੇਂ ਘਟੀ, ਉਸ ਦੀ ਮੌਤ ਕਿਵੇਂ ਹੋਈ। ਤਾਂ ਪੁਲਿਸ ਨੇ ਬੋਡੀ ਨੂੰ ਪੋਸਟਮਾਰਟਮ ਰਿਪੋਰਟ ਲਈ ਭੇਜ ਦਿੱਤਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕਦਾ ਸੀ ਕਿ ਆਖਰ ਉਸ ਦੀ ਮੌਤ ਦਾ ਕਾਰਨ ਕੀ ਹੈ। ਪੁਲਿਸ ਨੇ ਜਦੋਂ ਇਹ ਚਿੱਠੀ ਪੜ੍ਹੀ ਤਾਂ ਉਸ ਦੇ ਆਧਾਰ 'ਤੇ ਬਹੂ ਤੇ ਉਸ ਦੀ ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕਰ ਦਿੱਤਾ। ਜਦੋਂ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ। ਪਤਾ ਚੱਲਿਆ ਕਿ ਅਮਰਜੀਤ ਕੌਰ ਦੀ ਬਹੂ ਨੇ ਚਾਹ ਵਿੱਚ ਜ਼ਹਿਰ ਮਿਲਾ ਕੇ ਉਸ ਨੂੰ ਪਿਆ ਦਿੱਤਾ ਸੀ ਤੇ ਸ਼ਾਇਦ ਉਸ ਦੇ ਬਾਅਦ ਹੀ ਜਦੋਂ ਉਹਨਾਂ ਨੇ ਇਹ ਚਿੱਠੀ ਲਿਖੀ ਤਾਂ ਲਿਖਣ ਦੇ ਬਾਅਦ ਹੀ ਉਸ ਨੂੰ ਆਪਣੇ ਦੁਪੱਟੇ ਨਾਲ ਬੰਨ੍ਹ ਲਿਆ ਸੀ। ਇਸ ਲਈ ਉਹ ਚਿੱਠੀ ਉਸ ਦੇ ਦੁਪੱਟੇ ਨਾਲ ਹੀ ਬੱਝੀ ਰਹਿ ਗਈ।
ਬਹੂ ਤਾਂ ਸ਼ਾਇਦ ਆਪਣੀ ਇੱਛਾ ਪੂਰੀ ਹੋਣ ਦੇ ਕਰਕੇ ਬਹੁਤ ਖੁਸ਼ ਸੀ ਕਿ ਉਸਨੇ ਇਹ ਵੀ ਨਹੀਂ ਦੇਖਿਆ ਕਿ ਉਸਦੇ ਦੁਪੱਟੇ ਨਾਲ ਕੀ ਬੰਨਿਆ ਹੋਇਆ ਹੈ, ਤੇ ਇਸ ਆਧਾਰ ਤੇ ਅੱਜ ਸਾਰਾ ਸੱਚ ਸਾਹਮਣੇ ਆ ਗਿਆ। ਅਮਰਜੀਤ ਨੇ ਆਪਣੀ ਸੂਝ-ਬੂਝ ਤੇ ਸਮਝਦਾਰੀ ਨਾਲ ਆਪਣੀ ਮਾਂ ਦੇ ਹਤਿਆਰਿਆਂ ਨੂੰ ਸਜ਼ਾ ਦਿਵਾ ਦਿੱਤੀ ਤੇ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ। ਰਜਿੰਦਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਪੁੱਛਤਾਛ ਤੋਂ ਬਾਅਦ ਪਤਾ ਚੱਲਿਆ ਕਿ ਰਜਿੰਦਰ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਰਜਿੰਦਰ ਨੇ ਆਪਣੀ ਪਤਨੀ ਨੂੰ ਜੇਲ੍ਹ ਵਿੱਚ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ ਤੇ ਕਿਹਾ, ਮੈਂ ਤੈਨੂੰ ਇੰਨੀ ਖੁੱਲ੍ਹ ਦੇ ਦਿੱਤੀ ਸੀ ਕਿ ਇੰਨੀ ਨੀਚ ਹਰਕਤ ਕਰਨ ਦੇ ਲਈ ਤੂੰ ਇੱਕ ਵਾਰ ਵੀ ਨਹੀਂ ਸੋਚਿਆ। ਥੋੜੀ ਬਹੁਤੀ ਲੜਾਈ ਝਗੜਾ ਕਿਸ ਘਰ ਵਿੱਚ ਨਹੀਂ ਹੁੰਦਾ, ਪਰ ਤੂੰ ਤਾਂ ਮੇਰੀ ਮਾਂ ਨੂੰ ਹੀ ਇਸ ਦੁਨੀਆ ਤੋਂ ਮਿਟਾ ਦਿੱਤਾ। ਇਹ ਮੈਂ ਨਹੀਂ ਜਾਣਦਾ ਸੀ। ਮੈਂ ਤੇਰਾ ਸਾਥ ਇਸ ਲਈ ਦਿੱਤਾ ਸੀ ਕਿ ਰੋਜ਼-ਰੋਜ਼ ਕਲੇਸ਼ ਕੌਣ ਕਰੇ। ਹੁਣ ਮੈਂ ਤੇਰੇ ਨਾਲ ਸਾਰੇ ਰਿਸ਼ਤੇ ਤੋੜਦਾ ਹਾਂ। ਮੰਮੀ ਜੀ, ਤੁਸੀਂ ਆਪਣੀ ਧੀ ਦਾ ਇਸ ਗਲਤ ਕੰਮ ਵਿੱਚ ਉਸ ਦਾ ਸਾਥ ਦਿੱਤਾ। ਕਿਹੋ ਜਿਹੀ ਮਾਂ ਹੈ ਤੂੰ। ਰਜਿੰਦਰ ਆਪਣੀ ਮਾਂ ਦੀ ਰਾਖ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਰੋ ਰਿਹਾ ਸੀ। ਆਪਣੇ ਕੀਤੇ ਤੇ ਪਛਤਾਵਾ ਕਰ ਰਿਹਾ ਸੀ, ਪਰ ਹੁਣ ਰੋਣ ਦਾ ਕੀ ਫਾਇਦਾ। ਤੇ ਅਮਰਜੀਤ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਹੰਝੂ ਝਲਕ ਰਹੇ ਸੀ ਕਿ ਉਸਨੇ ਆਪਣੀ ਮਾਂ ਨੂੰ ਇਨਸਾਫ ਦਿਵਾ ਦਿੱਤਾ। ਦੋਸਤੋ, ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ। ਜੇ ਧੀ ਦੁੱਖ ਵਿੱਚ ਹੈ ਤਾਂ ਮਾਂ ਦਾ ਫਰਜ਼ ਬਣਦਾ ਹੈ ਕਿ ਉਸ ਦੀ ਆਰਥਿਕ ਰੂਪ ਵਿੱਚ ਮਦਦ ਕਰੇ। ਕਾਨੂੰਨ ਵੀ ਉਸ ਦੀ ਪਰਮਿਸ਼ਨ ਦਿੰਦਾ ਹੈ, ਪਰ ਮਾਂ ਨੂੰ ਜਾਇਦਾਦ ਦੇ ਚੱਕਰ ਵਿੱਚ ਰਸਤੇ ਤੋਂ ਹਟਾ ਦੇਣਾ ਲਾਹਨਤ ਹੈ ਇਹੋ ਜਿਹੀ ਨੂੰਹ ਤੇ। ਇਸ ਤੋਂ ਚੰਗਾ ਹੈ ਕਿ ਬੇਟਾ ਕੁਆਰਾ ਹੀ ਰਹੇ। ਲੋਕ ਮਰਨ ਦੇ ਬਾਅਦ ਸ਼ਰਾਧ ਕਰਦੇ ਆ, ਲੰਗਰ ਲਾਉਂਦੇ ਆ, ਪਰ ਜਿਉਂਦੇ ਜੀ ਇੱਕ-ਇੱਕ ਰੋਟੀ ਲਈ ਤਰਸਾ ਦਿੰਦੇ ਆ। ਮਾਂ ਦੀ ਰੋਟੀ ਦੀ ਜਗ੍ਹਾ ਸਿਰਫ ਥਾਲੀ ਵਿੱਚ ਹੰਝੂ ਪਰੋਸਦੇ ਨੇ ਤੇ ਕੁਝ ਤਾਂ ਇੰਨੇ ਹੇਠਾਂ ਗਿਰ ਜਾਂਦੇ ਨੇ ਕਿ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਹੀ ਇਸ ਦੁਨੀਆ ਤੋਂ ਮਿਟਾ ਦਿੰਦੇ ਆ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਮਿਲਦੇ ਹਾਂ ਜੀ ਕਿਸੇ ਇੱਦਾਂ ਦੀ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।